ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਚੌਥਾ। ਤਪਾ ਨਾ ਹੋਵੈ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਲਿਆ। ਅੱਗੋਂ ਦੇ ਸੱਦਿਆ ਸੱਤੇ ਦੀ ਭਿੱਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਗਏ। ਆਣ ਤਪੈ ਪੁੱਤ ਵਿੱਚ ਵਾਲਿਆ, ਪੰਜ ਲੋਕ ਸਭ ਹੱਸਣ ਲੱਗੇ। ਤਪਾ ਲੋਭ ਲਹਿਰ ਹੈ ਗਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿਟੇ ਨਾਹੀਂ। ਧਨ ਬਹੁਤੇ ਡਿਠੇ ਤਪੈ ਧਰਮ ਹਾਰਿਆ। ਭਾਈ ਉਹ ਤਪਾ ਨਾ ਹੋਵੀ ਬਗਲਾ ਹੈ, ਬੈਸਾਧ ਜਨਾ ਵਿਚਾਰਿਆ। ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੀ ਕੀ ਉਸ ਸਥਿਤੀ ਵਿੱਚ ਹੋਵੈ। ਏਤ ਦੁੱਖ ਹੈ ਤਪਾ ਦੇ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ, ਵੇਖ ਜੇ ਤਪੇ ਨੂੰ ਫਲ ਲੱਗਾ। ਸਭ ਗਿਆ ਤਪੇ ਕਾ ਘਾਲਿਆ, ਬਾਹਰ ਵਹੇ ਪੰਚਾਂ ਵਿੱਚ ਤਪਾ ਸਦਾਏ। ਅੰਦਰ ਵਹੇ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੀ ਖਾਲਿਆ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਇਸ ਤਪੇ ਨੂੰ ਤਿੱਥੇ ਖੜ ਪਾਇਓ, ਜਿੱਥੇ ਮਹਾ ਹਥਿਆਰਿਆ। ਫਿਰ ਇਸ ਤਪੇ ਦੇ ਮੋਹ ਕੋਈ ਲੱਗੋ ਨਹੀਂ। ਇਹੋ ਸਤਿਗੁਰ ਹੈ ਫਿਟਕਾਰਿਆ। ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਸੋ ਬੁਝੈ ਜੋ ਦਏ ਸਵਾਰਿਆ। ਵਾਹਿਗੁਰੂ ਸਾਹਿਬ ਜੀ। ਹਮ ਆਓ ਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਮਾਇਆ ਮੋਹ ਭਰਮ ਪੈ ਭੁੱਲੇ। ਸੁਧ ਦਾਰਾ ਸਿਉ ਪ੍ਰੀਤ ਲਗਾਏ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਹਿ ਮਿਲੰਦ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰੱਖੋ ਸਰਨਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰੱਖੋ ਸ਼ਰਨਾਈ। ਜ਼ਾਰਾ ਜ਼ੋਰ ਹਾਜ਼ਰਾ ਹਜ਼ੂਰ। ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ। ਗਿਆਨ ਦੇ ਸਾਗਰ ਸਤਿਗੁਰਾਂ ਦੀ, ਭਗਤਾਂ ਭੱਟਾਂ ਸਿੱਖਾਂ ਦੀ ਜੋਤ। ਸ਼ਬਦ ਗੁਰੂ। ਧੰਨ 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 ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਗੁਰੂ ਦੀਦਾਰ ਕਰ ਰਹੀ ਸਾਧ ਸੰਗਤ ਜੀ, ਆਪ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਵਡਭਾਗੇ ਹੋ। ਗੁਰੂ ਨੇ ਬੜੀ ਦਇਆ ਕੀਤੀ ਹੈ। ਉਦਮ, ਇਸ਼ਨਾਨ, ਤੰਦਰੁਸਤੀਆਂ, ਜੀਵਨ, ਸਵਾਸ, ਚਾਓ, ਇਹ ਸਭ ਕੁਛ ਬਖਸ਼ਿਆ ਤੇ ਸਾਡਾ ਅੰਮ੍ਰਿਤ ਵੇਲਾ ਸਫਲ ਹੋਣ ਜਾ ਰਿਹਾ ਜਾਂ ਹੋ ਰਿਹਾ। ਬੜੀ ਗੁਰੂ ਦੀ ਮਾਲਕ ਦੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ ਜੋ ਆਪਣੇ ਰੱਬ ਨਾਲ, ਗੁਰੂ ਨਾਲ ਜੁੜਦੇ ਹਨ, ਗੁਰੂ ਦਾ ਸ਼ੁਕਰਾਨਾ ਕਰਦੇ ਹਨ ਔਰ ਗੁਰੂ ਦੀ ਸਿੱਖਿਆ ਲੈਂਦੇ ਹਨ, ਚੰਗਾ ਸੋਚਦੇ ਹਨ, ਚੰਗਾ ਬੋਲਦੇ ਹਨ, ਚੰਗਾ ਕਰਦੇ ਹਨ, ਚੰਗਾ ਨਿਭਾਉਂਦੇ ਹਨ। ਉਹ ਜਿਹੜਾ ਇਨਸਾਨ ਉਹ ਆਮ ਨਹੀਂ ਬਣਦਾ, ਫਿਰ ਉਹ ਖਾਸ ਬਣ ਜਾਂਦਾ। ਬਲਹਾਰੀ ਗੁਰੀ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪਰ ਇਹ ਸਭ ਕੁਝ ਜੇ ਸੌ ਚੰਗਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਗੁਰੂ ਤੋਂ ਬਿਨਾ ਅੱਜ ਤੱਕ ਕੋਈ ਭਾਵੇਂ ਬਹੁਤ ਵੱਡਾ ਦੁਨਿਆਵੀ ਵਿਦਵਾਨ, ਫਿਲਾਸਫਰ, ਅਮੀਰ, ਸਿਆਣਾ, ਤਜਰਬੇ ਵਾਲਾ ਕੋਈ ਬੰਦਾ ਕਿਸੇ ਨੂੰ ਇਹ ਵਸਤੂ ਗੁਰੂ ਦੀ ਬਖਸ਼ਿਸ਼ ਤੋਂ ਬਿਨਾ, ਜਾਂ ਜੇ ਕਹਿ ਲਈਏ ਗੁਰਮਤ, ਰੂਹਾਨੀਅਤ, ਅਧਿਆਤਮਕਵਾਦ, ਉਸ ਦੀ ਮਿਹਰ ਕਿਰਪਾ ਤੋਂ ਬਿਨਾ ਇਹਦੇ ਬਾਰੇ ਨਹੀਂ ਪਤਾ ਲੱਗਿਆ, ਇਹਦੇ ਬਾਰੇ ਜਾਣਕਾਰੀ ਨਹੀਂ ਹੋਈ। ਸੋ ਇਸ ਲਈ ਜਿਉਂ-ਜਿਉਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ, ਬਹਿੰਦੇ ਹਾਂ, ਸਾਡਾ ਗੁਰੂ ਤੇ ਭਰੋਸਾ ਜਾਂ ਕਹਿ ਦਈਏ ਵਿਸ਼ਵਾਸ ਕਹਿ ਲਈਏ, ਇਹ ਬਣਦਾ ਜਾਂਦਾ, ਵੱਧਦਾ ਜਾਂਦਾ। ਜਦੋਂ ਵਿਸ਼ਵਾਸ ਬਣ ਜਾਂਦਾ ਫਿਰ ਅੰਦਰ ਹੌਲੀ ਹੌਲੀ ਜਿਹੜਾ ਹੈ ਉਹ ਪ੍ਰੇਮ ਵੀ ਵੱਧਦਾ, ਔਰ ਪ੍ਰੇਮ ਦੇ ਵਧਣ ਦੇ ਨਾਲ ਰਿਸ਼ਤਾ ਜਿਹੜਾ ਹੈ ਉਹ ਬਹੁਤ ਗਹਿਰਾ ਹੋ ਜਾਂਦਾ ਹੈ। ਜਦੋਂ ਰਿਸ਼ਤਾ ਗਹਿਰਾ ਹੋ ਜਾਂਦਾ ਤੇ ਫਿਰ ਗੁਰੂ ਦੇ ਨਾਲ ਨੇੜਤਾ ਵੱਧਦੀ ਜਾਂਦੀ ਹੈ। ਜਦੋਂ ਗੁਰੂ ਦੇ ਨਾਲ ਨੇੜਤਾ ਵੱਧਦੀ ਜਾਂਦੀ ਹੈ ਤੇ ਗੁਰੂ ਸਾਡਾ ਸਹਾਈ ਹੋਣ ਲੱਗਦਾ। ਜਦੋਂ ਗੁਰੂ ਸਾਡਾ ਸਹਾਈ ਹੋਣ ਲੱਗਦਾ ਤੇ ਫਿਰ ਸਾਡੀਆਂ ਚਿੰਤਾਵਾਂ, ਸਾਡੇ ਦੁੱਖ, ਦਰਿਦਰ, ਦਲਿੱਦਰ, ਕਲੇਸ਼, ਹਰ ਪ੍ਰਕਾਰ ਦਾ ਡਰ, ਇਹ ਖਤਮ ਹੋਣਾ ਸ਼ੁਰੂ ਹੋ ਜਾਂਦਾ। ਤੇ ਜਿਸ ਜੀਵਨ ਦੇ ਬਾਰੇ ਸਾਨੂੰ ਪਤਾ ਨਹੀਂ ਸੀ, ਉਹ ਜੀਵਨ ਫਿਰ ਇਹ ਜੀਵਨ ਜਿਹੜਾ ਸਾਨੂੰ ਸੱਚਮੁੱਚ ਹੀ ਜੀਵਨ ਲੱਗਣ ਲੱਗ ਜਾਂਦਾ। ਉਸ ਤੋਂ ਪਹਿਲਾਂ ਸਾਨੂੰ ਜੀਵਨ ਨਹੀਂ ਲੱਗਦਾ। ਜਿੰਨੇ ਅਸੀਂ ਆਪਣਾ ਜੀਵਨ ਜੀ ਰਹੇ ਹਾਂ, ਸਾਰਿਆਂ ਨੂੰ ਸਾਡਾ ਜੀਵਨ ਹੋ ਕੇ, ਸਾਨੂੰ ਸਾਰਿਆਂ ਨੂੰ ਸਾਡਾ ਜੀਵਨ ਨਹੀਂ ਲੱਗਦਾ ਉਦੋਂ ਤੱਕ ਜਦੋਂ ਤੱਕ ਸਾਡਾ ਗੁਰੂ ਸਾਡੇ ਅੰਗ ਸੰਗ ਸਾਡੇ ਕੋਲ ਜਾਂ ਸਾਨੂੰ ਦਿਲਾਸਾ ਅਸੀਸ ਨਾ ਦੇਵੇ। ਸੋ ਹੁਣ ਇੱਥੇ ਕਲੀਅਰ ਹੈ ਵੀ ਅਸੀਂ ਗੁਰੂ ਕੋਲ ਆਏ ਹਾਂ, ਬੈਠੇ ਹਾਂ, ਜਿਸ ਪਾਸ ਬੈਠੇ ਹਾਂ ਸੋਈ ਹੈ, ਸਭਨਾਂ ਦਾ ਵੇਸਾ ਹੋ। ਸੋ ਆ ਗਏ ਹਾਂ ਹੁੰਦੇ ਹੁਣ ਗੁਰੂ ਕੋਲ ਗਿਆਨ ਪ੍ਰਾਪਤ ਕਰਦੇ ਹਾਂ। ਸੋ ਬੜਾ ਪਿਆਰਾ ਇਹਦਾ ਸ਼ਬਦ ਹੈ,
इस शब्द दे विच सानू महाराज ने की ज्ञान दिता है, ਉਹਦੇ बारे विचार गुरु महाराज जी आप ही कृपा करके सानू दसन। पंक्तियां श्रवण कर चुके हैं। धन धन गुरु रामदास महाराज जी का शब्द है। इस शब्द विच तपे बारे लिखिया। आम करके असी तपा एक साखी भी जोड़ते हैं, इत्थे असी साखी नहीं जोड़ांगे, जो रूहानीयत ज्ञान है ਉਹਦੇ ਤੇ विचार करेंगे। क्योंकि जिन्नी बाणी लिखी हुई है, भावें दे विच साखियां होण, प्रमाण होण, ते है मन नूं संबोधन, अंदरली गल कीती है। इत्थे तपे दा अर्थ है तपस्वी। वो कोई एक खास बंदा नहीं, वो साडे सारे विच कोई भी हो सकता है। जिहड़ा तपस्या करदा है तपस्वी है, जिहड़ा अपने आप नूं दुख विच पा के भी, कष्ट झल के भी अपने रब इष्ट नूं खुश करन दा यतन करदा है, खुश करके रिद्धियां सिद्धियां प्राप्त कर लैंदा, शक्तियां प्राप्त कर लैंदा, ओहदियां चीज़ां जिहड़ियां कीतियां पूरियां होण लगदियां हन। ते ओहदा जीवन कैसा होवे, जे उसका जीवन खराब हो गया तो फिर की बनता है, जे उसका जीवन सही रहे तो फिर की बनता है। वो असी भी हो सकते हाँ रब नूं याद करने वाले, रब नूं मनाउण वाले, रब दे कोल आउण वाले। सो बचन आरंभ है, तपा ना होवे अंदरों लोभी, नित माया नु फिरे जजमाले। जे कोई तपस्वी इंसान, जे कोई इस तरह बह के कोई जल धारे करके, कोई किसी भी तरीके दे नाल तप करके भजन बंदगी करदा है, कई तरीकों दे नाल परमात्मा नूं लोग एक तरीक़े दे नाल नहीं याद करते, बहुत तरीक़िਆਂ दे नाल लोग परमात्मा दा नाम लैंदे हन। कोई दिन मिथ के लैंदा है, कोई माला फड़ के रहिंदा है, कोई एक लत दे भार ते खड़ के लैंदा है, कोई धूनी धा के ला के जला के फिर करदा। मतलब अनेक तरह के नाल लोग रब नूं खुश करन दे लई जां ज़्यादा लोग जिहड़े शिले कढदे हन, वो इस तरह की तपस्या का सहारा लैके ते अपने आप नूं कुछ दसन की कोशिश भी करते हैं। पर बाणी विच लिखिया, जेकर अंदरों लोभ मिटे ना किसी तपस्वी का, अंदरों तपस्या करने वाले दा, तप करने वाले दा, या रब का नाम लैने वाले दा, जे अंदरों पातशाह जी कहते लोभ खत्म ना होवे ते लोभ जां माया दे वास्ते ही भटकदा फिरे, वो सच्चा तपस्वी नहीं हो सकता। नित माया नूं फिरे जजमाले। देखो बंदगी ने, तपस्या ने ते माया की भुख नूं घटाउणा सी। ते जिन्ने गुरु नानक महाराज जी के समय ज़्यादा गिनती विच जिहड़े सिद्ध योगी सन, वो बहुत ज़्यादा लालची सन। इहदा मतलब उन्हां दी जिहड़ी तपस्या उन्हां नूं उच्चा नहीं लैके गई। उन्हां दी सुरती बिरती जिहड़ी है वो धन विच, माया विच, पदार्थां विच ही रह गई, ऊपर नहीं जा सकते। भजन करना, बंदगी करनी, ये माया का फाहा गलों लाउणा है, ना कि इसनूं होर पाउणा है। ध्यान देना। पर अक्सर हुंदा इस तरह, जदों किसी कोल कोई ताकत, कोई बरकत आ जाती है,
ਉਹ ਉਸ ਦਾ ਇਸਤੇਮਾਲ ਦੁਨਿਆਵੀ ਮਾਇਆ, ਦੁਨਿਆਵੀ ਪ੍ਰਭਤਾ, ਵਡਿਆਈ ਪ੍ਰਾਪਤ ਕਰਨ ਦੇ ਲਈ ਉਸ ਚੀਜ਼ ਨੂੰ ਲਾਉਣਾ ਸ਼ੁਰੂ ਕਰ ਦਿੰਦਾ ਜਿਸ ਦੀ ਇਜਾਜ਼ਤ ਗੁਰਬਾਣੀ ਨਹੀਂ ਦਿੰਦੀ। ਜਿਹੜਾ ਨਾਮ ਵੇਚ ਕੇ, ਧਿਆਨ ਦੇਣਾ, ਜਿਹੜਾ ਸ਼ਬਦ ਵੇਚ ਕੇ ਮਾਇਆ ਇਕੱਠੀ ਕਰਨ ਦਾ ਯਤਨ ਕਰਦਾ, ਉਸ ਨੂੰ ਗੁਰੂ ਮਹਾਰਾਜ ਜੀ ਪ੍ਰਵਾਨ ਨਹੀਂ ਕਰਦੇ। ਗੁਰਬਾਣੀ ਦੀ ਭੇਟਾ ਹੋ ਸਕਦੀ ਹੈ, ਸਤਿਕਾਰ ਹੋ ਸਕਦਾ। ਕਿਸੇ ਨੂੰ ਅਸੀਂ ਦਿੰਦੇ ਹਾਂ ਨਾ, ਕੋਈ ਕੀਰਤਨੀਆਂ ਨੂੰ ਪੈਸੇ ਦਿੰਦੇ ਹਾਂ, ਉਹ ਇੱਕ ਭੇਟਾ ਤੇ ਹੋ ਸਕਦੀ ਹੈ, ਇੱਕ ਕੇਵਲ ਸਤਿਕਾਰ ਹੋ ਸਕਦਾ। ਉਹਦੀ ਕੀਮਤ ਕਦੇ ਵੀ ਦੁਨੀਆ ਦੇ ਵਿੱਚੋਂ ਕੋਈ ਵੀ ਬੰਦਾ ਨਾਮ ਦੀ, ਬਾਣੀ ਦੀ, ਭਜਨ ਦੀ, ਬੰਦਗੀ ਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ। ਜੇ ਕੋਈ ਕਹਦੇ ਅਸੀਂ ਤੇ ਪੈਸੇ ਦਿੱਤੇ, ਪਾਠ ਰਖਾਇਆ, ਉਹ ਮੂਰਖ ਲੋਕ ਨੇ। ਇਹਦਾ ਮਤਲਬ ਕੋਈ 7-8 ਹਜ਼ਾਰ ਦੇ ਵਿੱਚ ਕਿਸੇ ਨੂੰ ਕੋਈ ਖਰੀਦ ਲਿਆ, ਇਹ ਨਹੀਂ, ਇਸ ਤਰ੍ਹਾਂ ਨਹੀਂ ਹੈ। ਇਹਦੀ ਕੋਈ ਕੀਮਤ ਨਹੀਂ, ਨਾ ਕਰੋੜਾਂ 'ਚ ਨਾ ਅਰਬਾਂ 'ਚ। ਬਾਣੀ ਦਾ ਕੋਈ ਮੁੱਲ ਨਹੀਂ। ਜੋ ਵੀ ਕੋਈ ਦੁਨੀਆ ਦਾ ਬੰਦਾ ਦਿੰਦਾ, ਗੁਰੂ ਗ੍ਰੰਥ ਸਾਹਿਬ ਅੱਗੇ ਰੱਖਦਾ, ਸਤਿਕਾਰ ਸਹਿਤ ਉਹ ਭੇਟਾ ਹੁੰਦੀ ਹੈ। ਉਹ ਕੋਈ ਸੀਸ ਵੀ ਰੱਖ ਦੇਵੇ ਲਾ ਕੇ ਤੇ ਉਹ ਵੀ ਥੋੜ੍ਹਾ ਹੈ। ਬਾਕੀ ਮਾਇਆ ਦੇ ਪਾਤਸ਼ਾਹ ਜੀ ਕਹਿੰਦੇ ਕੁਝ ਵੀ ਨਹੀਂ। ਸ਼ਬਦ ਦੇ ਅੱਗੇ, ਉਸ ਸਤ ਨਿਰੰਕਾਰ ਦੇ ਅੱਗੇ ਇਹ ਕੁਝ ਵੀ ਨਹੀਂ। ਪਰ ਜਿਹੜਾ ਇਨਸਾਨ ਭਜਨ, ਬੰਦਗੀ, ਤਪੱਸਿਆ ਕਰਕੇ ਜਿਹੜੀ ਚੀਜ਼ ਤੋਂ ਬਾਹਰ ਨਿਕਲਣਾ, ਫਿਰ ਉਸ ਨੂੰ ਇਕੱਠੀ ਕਰਨ ਦੇ ਲਈ ਮਾਇਆ ਦੇ ਪਿੱਛੇ ਹੀ ਲੱਗਿਆ ਫਿਰੇ। ਤੇ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਤਪਾ ਨਾ ਹੋਵੇ, ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੇ ਜਜਮਾਲਿਆ। ਅੱਗੇ ਦੇ ਸੱਦਿਆ ਸੱਤੇ ਦੀ ਭਿੱਖਿਆ ਲੈ, ਨਾ ਹੀ ਪਿੱਛੇ ਦੇ ਪਛਤਾਏ ਕਿ ਆਣ ਤਪੇ ਬੁੱਤ, ਤਪੇ ਪੁੱਤ ਵਿੱਚ ਬਹਾ ਲਿਆ। ਮਹਾਰਾਜ ਜੀ ਕਹਿੰਦੇ ਇਹ ਤਪਾ ਪਹਿਲਾਂ ਆਪਣੇ ਆਪ ਨੂੰ ਸੱਦਿਆ, ਆਦਰ ਪਿੱਛਿਆ, ਇਹ ਪ੍ਰਾਪਤ ਨਹੀਂ ਕਰ ਸਕਦਾ, ਨਹੀਂ ਲੈਂਦਾ। ਫਿਰ ਪਿੱਛੇ ਜਾ ਕੇ ਬਹਿ ਜਾਂਦਾ, ਫਿਰ ਅੱਗੇ ਹੋਰ ਕਿਸੇ ਨੂੰ ਅੱਗੇ ਭੇਜ ਦਿੰਦਾ, ਆਪਣੇ ਪਰਿਵਾਰ ਵਾਲਿਆਂ ਨੂੰ ਭੇਜ ਦਿੰਦਾ। ਮਤਲਬ ਆਪ ਜੇ ਕੋਈ ਨਹੀਂ ਹੁੰਦਾ ਕੰਮ ਤੇ ਕਹਿੰਦਾ ਤੂੰ ਅੱਗੇ ਹੋ ਜਾ, ਮਤਲਬ ਵਿੱਚ ਵਿਚੋਲਾ ਪਾ ਲੈਣਾ। ਤੇ ਜਿਹੜੇ ਸਿਆਣੇ ਲੋਕ ਹੁੰਦੇ ਹਨ ਉਹ ਰਮਜ ਫੜ ਲੈਂਦੇ ਨੇ, ਲਾਲਚ ਵਾਲੇ ਬੰਦੇ ਨੂੰ ਪਛਾਣ ਲੈਂਦੇ ਨੇ। 5 ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਿਹਾ ਗੱਲ ਆ। ਤੇ ਜਿਹੜੇ ਸਿਆਣੇ ਹੁੰਦੇ ਹਨ ਉਹ ਜਾਣ ਲੈਂਦੇ ਨੇ ਪਖੰਡੀ ਨੂੰ ਵੀ, ਤੇ ਜਾਣ ਲੈਂਦੇ ਨੇ ਸੱਚੇ ਨੂੰ ਵੀ। ਤੇ ਉਹ ਇਹਨਾਂ ਨੂੰ ਇਸ ਤਰ੍ਹਾਂ ਦੇਖ ਕੇ ਤੇ ਇਸ ਨੂੰ ਅਲੱਗ ਕਰ ਦਿੰਦੇ ਨੇ ਵੀ ਇਹ ਬੰਦਾ ਜਿਹੜਾ ਲਾਲਚੀ ਹੈ, ਲੋਭੀ ਹੈ, ਇਹ ਭਜਨ ਬੰਦਗੀ ਵਾਲਾ ਬੰਦਾ ਨਹੀਂ। ਉਸ 'ਤੇ ਸਾਰੇ ਹੱਸਦੇ ਹਨ। ਕਿਉਂ ਹੱਸਦੇ ਹਨ? ਕਿਉਂਕਿ ਜਿੱਥੇ ਥੋੜ੍ਹਾ ਧਨ ਵੇਖੇ, ਜਿੱਥੇ ਥੋੜ੍ਹਾ ਧਨ ਵੇਖੇ ਤਿੱਥੇ ਤਪਾ ਪਿੱਟੇ ਨਹੀਂ। ਧਨ ਬਹੁਤੇ ਡਿੱਠੇ ਤਪੇ ਧਰਮ ਹਾਰਿਆ। ਜਿੱਥੇ ਥੋੜ੍ਹਾ ਹੁੰਦਾ ਉਧਰ ਇਹ ਮੂੰਹ ਨਹੀਂ ਕਰਦਾ, ਜਿੱਥੋਂ ਵੱਧ, ਜਿੱਥੇ ਸਵਾਰਥ ਲਾਲਚ ਦੀ ਪੂਰਤੀ ਜ਼ਿਆਦਾ ਹੁੰਦੀ ਹੈ, ਇਹ ਉਧਰ ਜਾਂਦਾ, ਉਧਰ ਜਾਂਦਾ। ਭਾਈ ਉਹ ਤਪਾ ਨਾ ਹੋਵੇ ਬਗਲਾ ਹੈ, ਬੈਸਾਧ ਜਨਾ ਵਿਚਾਰਿਆ। ਸਤਿਪੁਰਖਾਂ ਨੇ ਦੱਸਿਆ ਵੀ ਇਹ ਐਸੇ ਤਪਸਵੀ, ਐਸੇ ਦਿਖਾਵੇ ਵਾਲੇ ਲੋਕ, ਉਹ ਅਸਲ ਦੇ ਵਿੱਚ ਤਪੇ ਨਹੀਂ ਹੁੰਦੇ, ਤਪਸਵੀ ਨਹੀਂ ਹੁੰਦੇ, ਸਾਧੂ ਸੰਤ ਨਹੀਂ ਹੁੰਦੇ। ਉਹ ਅਸਲ ਦੇ ਵਿੱਚ ਹੁੰਦੇ ਨੇ ਜਿਵੇਂ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ। ਭਾਈ ਉਹ ਤਪਾ ਨਾ ਹੋਵੇ ਬਗਲਾ ਹੈ। ਸਤਿਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤੀ ਵਿੱਚ ਹੋਵੇ। ਏਤ ਦੁੱਖ ਹੈ ਤਪਾ ਦੇ ਮਾਰਿਆ। ਸੋ ਉਹ ਐਬੀ ਹੋ ਜਾਂਦਾ। ਮਾਇਆ ਇਕੱਠੀ ਕਰਨ ਵਾਲਾ ਬੰਦਾ, ਜਿਹਨੂੰ ਮਾਇਆ ਮਿਲਣੀ ਸ਼ੁਰੂ ਹੋ ਜਾਏ, ਉਹਦੇ ਵਿੱਚ ਐਬ ਆਉਣੇ ਜਿਹੜੇ ਨੇ ਉਹ ਕੁਦਰਤੀ ਹੈ। ਜਿਹਦੇ ਕੋਲ ਪੈਸਾ ਨਹੀਂ ਉਹ ਐਬ ਕੀ ਕਰੇਗਾ? ਚਾਹੁੰਦਾ ਹੋਇਆ ਵੀ ਨਹੀਂ ਕਰ ਸਕਦਾ। ਪਰ ਜਦੋਂ ਕਿਸੇ ਕੋਲੋਂ ਬੇਹਿਸਾਬੀ ਮਾਇਆ ਬਿਨਾਂ ਮਿਹਨਤ ਦੇ ਆ ਜਾਏ ਤੇ ਫਿਰ ਉਹ ਜਿਹੜਾ ਬੰਦਾ ਹੈ ਉਹ ਗਲਤ ਵੀ ਹੋ ਜਾਂਦਾ, ਵਿਸ਼ੇ ਵਿਕਾਰੀ ਵੀ ਹੋ ਜਾਂਦਾ,
उस धन का गलत इस्तेमाल भी कर लेंदा है और वो फिर दूसरे की निंदिया भी अहंकार दे विच करनी शुरू कर दिंदा है। ते पर उसनूं फिटकारां मिलदियां हन, उसनूं सियाणियां वल्लों उन्हूं चंगा नहीं कहा जाता। ते महापुरखा की निंदा का वेख जे तपे नूं फल लगा, सब गया तपे का घल लिया। फिर जो वह निंदिया करदा ते निंदिया का फल तो पत्तन है, निंदिया का फल तो फिर खात्मा है, सब कुछ खत्म हुंदा है। निंदिया दे नाल शुभ कर्म खत्म नष्ट, ते जदों शुभ कर्म खत्म नष्ट हो जान तो फिर बंदा तरक्की जिहड़ी है वो नहीं कर सकता, तो वह बहुत थल्ले आ जाता है। और गुरु महाराज जी फरमान करते, बाहर बहे पंचां विच तपा सदाए। वो ऐसा जिहड़ा है भिखी बंदा, वो दुनिया दे विच जानबुझ के अपने आप नूं प्रदर्शित करता है, प्रगट करता है, ते अंदर बह के वो कई तरह के पाप कमाउंदा है। बाहर बहे पंचां विच तपा सदाए, अंदर बहे तपा पाप कमाए। ते अंदरों ओ पाप, अंदरों ओ लालच, अंदरों ओ कोई ना कोई चीज़ नूं हथियाउण दे लई बैठा रहिंदा है। क्योंकि लोभी का विसा ना कीजे जिका भरोसा है। ते लोभी दे लई कोई धर्म नहीं हुंदा। वो जदों दा लगदा वो किसी नूं देखदा छोटा वड्डा, अपना पराया खून का रिश्ता। वो लोभी जिहड़ा है वो लोभ की पूर्ति करने दे लई हेरा फेरी और जबरदस्ती तक भी कर सकदा है। पर गुरु महाराज जी कहते ऐदां दी बिरती, ऐदां दे जीवन वाला हर अंदरला पाप पंचां नूं उगा कर वेखा लिया। सो पंच प्रवान पंच प्रधान जिन्हों कहा जाता है, ये भी इस दे मनुख के अंदर ही है इंसाफ करने वाले बैठे ने। जिवें धर्म राजा भी कहते हैं भी अंदर ही बैठा, अंदर ही दरगाह, अंदर ही सारे केस चलते हैं। हर अंदरला पाप पंचां नूं उगा कर वेखा लिया। सो ये भेखी तपा जां भेखी इंसान जो धर्म की आड़ दे विच कुकर्म करदा है, महाराज जी कहते इस दे सारे पापां नूं पंचां ने बिल्कुल सामने विखा दिता, बिल्कुल पर्दे जिहड़े ने उहदे चक दिते। धर्म राए जम कंकरां नूं आख छड्डिया, इस तपे नूं तिथे खड़ पायो, जिथे महा महा हत्यारिया। सो गुरु महाराज जी ने हुक्म किया धर्मराज नूं जवां नूं इस भेखी नूं, इहदे विच असीं सारे आउंदे आ कि किधरे किसी एक बंदे वास्ते नहीं ये ज्ञान हैगा। कोई भी जिहड़ा धर्म दे खेत्र दे विच है, धार्मिक लिबास पाया होया है, जे उहदा जीवन नहीं ते ओ उस धर्म की आड़ दे विच गलत कर्म करदा है, ते महाराज जी कहंदे इस नूं उत्थे सुੱਟੋ, उत्थे इनू पहुँचाओ जिथे इनू कोई भी बच्चा ना सके। फिर इस तपे दे मुँह कोई लगो ना ही। ये सतगुरु है फटकारिया, फिर सतगुरु तो फटकारिया होया वो इंसान वो बंदा, पातशाह जी कहंदे उसनूं किधरे भी ढोई नहीं मिलती, किधरे भी ढोई मिलती नहीं। हर के दर वरत्या सो नानक आख सुनाया। सो जो कुछ ये दरगाह दे विच वरत्या जां जो भी है सी, ये सब कुछ सतगुरु जी ने अपनी बाणी राही सानू दस रहे ने। सो बूझे जो दए सवारे, और वो समझ सकदा, वो बुझ सकदा जिसनों महाराज जी सुमत दिंदे ने, जिसनों महाराज जी समझा दिंदे ने, उसनों समझ लग जाती है। सो इसी सत्संग जी लड़ीवार शब्द ही विचार जो बड़े ही प्रेम सत्कार दे नाल गुरु महाराज जी ने शब्द के भाव अर्थ राही सानू समझाई है।
ਇਧਰੀ ਸੇਵਾ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।